ਦੋਸਤੋ ਸਾਡੇ ਸੈਕਸ਼ਨ ਤੰਦਰੁਸਤੀ ਦੇ ਵਿੱਚ ਅੱਜ ਇੱਕ ਵਾਰ ਫਿਰ ਸਾਡੇ ਨਾਲ ਨੇ ਕੋਸਮੋ ਹਸਪੀਟਲ ਤੋਂ ਡਾਕਟਰ ਮਨਜੀਤ ਸਿੰਘ ਜੀ ਸੇਖੋਂ। ਅੱਛਾ ਡਾਕਟਰ ਸਾਹਿਬ, ਇੱਕ ਪ੍ਰੋਬਲਮ ਜਿਹੜੀ ਅਕਸਰ ਵੇਖਣ ਦੇ ਵਿੱਚ ਆਉਂਦੀ ਹੈ ਕਿ ਲੋਕਾਂ ਦੀ ਗੋਲ ਬਲੈਡਰ ਜਾਂ ਫਿਰ ਕਿਡਨੀ ਦੇ ਵਿੱਚ ਸਟੋਨ ਹੁੰਦਾ ਹੈ। ਸਭ ਤੋਂ ਪਹਿਲਾਂ ਤਾਂ ਸਾਨੂੰ ਇਹ ਦੱਸੋ ਕਿ ਸਟੋਨ ਹੋਣ ਦਾ ਕਾਰਨ ਕੀ ਹੁੰਦਾ ਹੈ। ਜਿੱਥੇ ਤੱਕ ਕਿਡਨੀ ਦਾ ਸਵਾਲ ਹੈ, ਕਿਡਨੀ ਤੁਹਾਨੂੰ ਪਤਾ ਹੈ ਕਿ ਸਾਡੇ ਸਰੀਰ ਦਾ ਇੱਕ ਬਹੁਤ ਵਾਈਟਲ ਆਰਗਨ ਹੈ ਜਿਹਦੇ ਤੋਂ ਬਗੈਰ ਸਾਡਾ ਸਰੀਰ ਕੰਮ ਨਹੀਂ ਕਰ ਸਕਦਾ, ਜਿਹਦੇ ਤੋਂ ਬਗੈਰ ਅਸੀਂ ਸਰਵਾਈਵ ਨਹੀਂ ਕਰ ਸਕਦੇ। ਔਰ ਕਿਡਨੀ ਜਿਹੜੀ ਹੈ ਉਹ ਯੂਰਿਨ ਪ੍ਰੋਡਿਊਸ ਕਰਦੀ ਹੈ। ਯੂਰਿਨ ਦੇ ਵਿੱਚ ਸਾਲਟਸ ਹੁੰਦੇ ਆ, ਉਹ ਸਾਲਟਸ ਦੇ ਓਵਰ ਅ ਪੀਰੀਅਡ ਆਫ ਟਾਈਮ ਛੋਟੇ ਛੋਟੇ ਕ੍ਰਿਸਟਲ ਬਣਨੇ ਸ਼ੁਰੂ ਹੋ ਜਾਂਦੇ ਆ। ਜਿਸ ਤਰ੍ਹਾਂ ਤੁਸੀਂ ਚੀਨੀ ਦੇ ਕ੍ਰਿਸਟਲ ਦੇਖਦੇ ਹੋ, ਉਸ ਤਰ੍ਹਾਂ ਡਿਫਰੈਂਟ ਸਾਲਟਸ ਦੇ ਕ੍ਰਿਸਟਲਸ ਬਣਨੇ ਸ਼ੁਰੂ ਹੋ ਜਾਂਦੇ ਆ ਯੂਰਿਨ ਦੇ ਵਿੱਚ, ਔਰ ਉਹ ਕ੍ਰਿਸਟਲਸ ਹੌਲੀ ਹੌਲੀ ਵੱਧਦੇ ਸਟੋਨ ਬਣ ਜਾਂਦੇ ਆ। ਅੱਛਾ ਡਾਕਟਰ ਸਾਹਿਬ, ਜ਼ਿਆਦਾਤਰ ਵੇਖਿਆ ਜਾਂਦਾ ਹੈ ਕਿ ਜਾਂ ਤੇ ਕਿਡਨੀਜ਼ ਦੇ ਵਿੱਚ ਸਟੋਨਸ ਹੁੰਦੇ ਨੇ ਜਾਂ ਫਿਰ ਗੋਲ ਬਲੈਡਰ ਦੇ ਵਿੱਚ, ਤੇ ਇਹਨਾਂ ਦੋਨਾਂ ਦੇ ਵਿੱਚ ਡਿਫਰੈਂਸ ਕੀ ਹੈ? ਜਿਹੜੀ ਗੋਲ ਬਲੈਡਰ ਹੈ ਉਹ ਲਿਵਰ ਦੇ ਨਾਲ ਇੱਕ ਛੋਟਾ ਜਿਹਾ ਪਾਊਚ ਹੈਗਾ ਜਿਹਦੇ ਵਿੱਚ ਲਿਵਰ ਤੋਂ ਸਿਕਰੀਟ ਕੀਤਾ ਹੋਇਆ ਬਾਈਲ ਜੂਸ ਇਕੱਠਾ ਹੋ ਜਾਂਦਾ ਹੈ। ਉਹ ਬਾਈਲ ਜੂਸ ਕਈ ਵਾਰ ਗੋਲ ਬਲੈਡਰ ਦੇ ਵਿੱਚ ਜਿਹੜਾ ਇਕੱਠਾ ਹੁੰਦਾ ਹੈ ਇਨਫੈਕਟ ਹੋਣਾ ਸ਼ੁਰੂ ਹੋ ਜਾਂਦਾ ਹੈ, ਔਰ ਉਸ ਇਨਫੈਕਸ਼ਨ ਦੇ ਨਾਲ ਸਟੋਨਸ ਜਿਹੜੇ ਆ ਬਣਨੇ ਸ਼ੁਰੂ ਹੋ ਜਾਂਦੇ ਆ। ਗੋਲ ਸਟੋਨਸ ਕਿਉਂ ਬਣਦੇ ਆ ਐਗਜ਼ੈਕਟਲੀ, ਇਹਦੇ ਬਹੁਤ ਸਾਰੇ ਕਾਰਨ ਹੈ, ਬਟ ਵਨ ਆਫ ਦ ਮੇਨ ਰੀਜ਼ਨਸ ਇਜ਼ ਇਨਫੈਕਸ਼ਨ, ਰਿਪੀਟਡ ਇਨਫੈਕਸ਼ਨ ਆਫ ਦ ਗੋਲ ਬਲੈਡਰ। ਤੇ ਉਹ ਜਿਹੜੇ ਸਟੋਨਸ ਹੈ, ਜਿਹੜਾ ਗੋਲ ਬਲੈਡਰ ਹੈ ਇਟ ਇਜ਼ ਨਾਟ ਅ ਵਾਈਟਲ ਆਰਗਨ, ਸੋ ਉਹਦੇ ਇਹ ਸਟੋਨਸ ਦੇ ਇਲਾਜ ਦੇ ਵਿੱਚ ਗੋਲ ਬਲੈਡਰ ਹੀ ਰਿਮੂਵ ਕਰ ਦਿੱਤਾ ਜਾਂਦਾ ਹੈ, ਤੇ ਉਹਦੇ ਨਾਲ ਪੇਸ਼ੈਂਟ ਠੀਕ ਹੋ ਜਾਂਦਾ ਹੈ ਔਰ ਨਾਰਮਲ ਲਾਈਫ ਲੀਡ ਕਰ ਸਕਦਾ ਹੈ। ਇਸ ਦਾ ਕੋਈ ਨੁਕਸਾਨ ਨਹੀਂ ਹੈ? ਇਹਦਾ ਕੋਈ ਨੁਕਸਾਨ ਨਹੀਂ ਹੁੰਦਾ ਜਨਰਲੀ। ਤੇ ਜੇਕਰ ਕਿਡਨੀ ਦੇ ਵਿੱਚ ਸਟੋਨ ਹੋਵੇ ਤੇ? ਕਿਡਨੀ ਕਿਉਂਕਿ ਵਾਈਟਲ ਆਰਗਨ ਹੈ ਔਰ ਇਹਨੂੰ ਕੱਢਣਾ ਮਤਲਬ ਪੋਸੀਬਲ ਨਹੀਂ ਹੈ, ਨਹੀਂ ਤੇ ਫਿਰ ਵਿਦਆਊਟ ਕਿਡਨੀ ਪੇਸ਼ੈਂਟ ਸਰਵਾਈਵ ਨਹੀਂ ਕਰ ਸਕਦਾ। ਤੇ ਇਹਦੇ 'ਚ ਫਿਰ ਅਸੀਂ ਸਟੋਨ ਹੀ ਕੱਢਦੇ ਹਾਂ, ਕਿਡਨੀ ਨੂੰ ਖੋਲ ਕੇ ਸਿਰਫ ਉਹਦੇ ਸਟੋਨਸ ਜਿਹੜੇ ਵਿੱਚ ਪਏ ਹੁੰਦੇ ਉਹਨਾਂ ਨੂੰ ਕੱਢਦੇ ਹੈਗੇ। ਡਾਕਟਰ ਸਾਹਿਬ, ਜਦੋਂ ਵੀ ਕਿਸੇ ਨੂੰ ਪੀੜ ਹੁੰਦੀ ਹੈ ਤਾਂ ਉਸ ਟਾਈਮ ਤੇ ਉਸ ਦਾ ਇਮੀਡੀਏਟ ਟ੍ਰੀਟਮੈਂਟ ਕੀ ਹੋਣਾ ਚਾਹੀਦਾ ਹੈ? ਇਹ ਇੰਨੀ ਨਾਰਮਲੀ ਜਿਹੜੀ ਕਿਡਨੀ ਦੇ ਸਟੋਨ ਦੀ ਪੇਨ ਹੁੰਦੀ ਹੈ, ਇਹ ਨਾਰਮਲੀ ਉਦੋਂ ਸਭ ਤੋਂ ਜ਼ਿਆਦਾ ਹੁੰਦੀ ਹੈ ਜਦੋਂ ਸਟੋਨ ਯੂਰੇਟਰ 'ਚੋਂ ਪਾਸ ਕਰ ਰਿਹਾ ਹੋਏ। ਕਿਡਨੀ ਦਾ ਯੂਰਿਨ ਜਿਹੜਾ ਹੈਗਾ ਅੱਗੇ ਯੂਰੇਟਰ 'ਚੋਂ ਹੁੰਦਾ ਹੋਇਆ ਯੂਰਿਨਰੀ ਬਲੈਡਰ ਤੱਕ ਪਹੁੰਚਦਾ ਹੈ। ਉਹ ਯੂਰੇਟਰ ਇੱਕ ਪਤਲੀ ਜੀ ਪਾਈਪ ਹੈ, ਜਦੋਂ ਛੋਟਾ ਜਿਹਾ ਸਟੋਨ ਉਸ ਯੂਰੇਟਰ ਦੇ ਵਿੱਚ ਆ ਕੇ ਫਸ ਜਾਏ ਫਿਰ ਬਹੁਤ ਜ਼ਿਆਦਾ ਪੀਨ ਹੁੰਦੀ ਹੈ। ਇਹਨੂੰ ਰੀਨਲ ਕੋਲਿਕ ਕਹਿੰਦੇ ਹਾਂ ਅਸੀਂ। ਔਰ ਇਹਦੇ ਲਈ ਤੇ ਸਟਰੋਂਗ ਪੇਨ ਕਿਲਰਸ ਹੀ, ਔਰ ਉਹ ਵੀ ਇੰਟਰਾਵੀਨਸਲੀ ਲਗਵਾਉਣੇ ਪੈਂਦੇ ਆ, ਜਿਹਦੇ ਲਈ ਹਸਪੀਟਲ ਜਾਣਾ ਜ਼ਰੂਰੀ ਹੈ। ਸੋ ਦ ਫਰਸਟ ਥਿੰਗ ਪੇਸ਼ੈਂਟ ਸ਼ੁੱਡ ਡੂ ਇਜ਼ ਕਿ ਜਦੋਂ ਇਸ ਤਰੀਕੇ ਨਾਲ ਸਟੋਨਸ ਦੀ ਪ੍ਰੋਬਲਮ ਜਾਂ ਪੇਨ ਹੋਵੇ ਤੇ ਇਮੀਡੀਏਟਲੀ ਹਸਪੀਟਲ ਆਪਣੇ ਡਾਕਟਰ ਦੇ ਕੋਲ ਜਾਣ ਤੇ ਉਹ ਇੰਜੈਕਸ਼ਨ ਲੱਗੇ ਤੇ ਫਿਰ ਅਗਲਾ ਟ੍ਰੀਟਮੈਂਟ ਜਿਹੜਾ ਸਟਾਰਟ ਹੋਏ ਉਸ ਤੋਂ ਬਾਅਦ। ਅੱਛਾ ਡਾਕਟਰ ਸਾਹਿਬ, ਇਸ ਦਾ ਕੋਈ ਪਰਮਨੈਂਟ ਟ੍ਰੀਟਮੈਂਟ ਵੀ ਹੈਗਾ ਹੈ? ਪ੍ਰੀਵੈਂਸ਼ਨ ਦੇ ਕੁਝ ਐਸਪੈਕਟਸ ਹੈਗੇ। ਵੈਸੇ ਤੇ ਨਾਰਥ ਇੰਡੀਆ ਨੂੰ ਅਸੀਂ ਸਟੋਨ ਬੈਲਟ ਦੇ ਨਾਂ ਤੋਂ ਵੀ ਬੁਲਾਇਆ ਜਾਂਦਾ ਹੈ। ਤੁਹਾਨੂੰ ਹੈਰਾਨੀ ਹੋਏਗੀ ਕਿ ਨਾਰਥ ਇੰਡੀਆ 'ਚ ਜ਼ਿਆਦਾ ਸਟੋਨਸ ਹੁੰਦੇ ਆ ਐਜ਼ ਕੰਪੇਅਰ ਟੂ ਸਾਊਥ ਇੰਡੀਆ। ਇਹਦੇ ਤੇ ਕਾਫੀ ਰਿਸਰਚ ਹੋ ਰਹੀ ਹੈ ਟੂ ਨੋ ਕਿ ਸ਼ਾਇਦ ਡਾਈਟ ਦੇ ਵਿੱਚ ਕੋਈ ਫਰਕ ਹੈ ਜਿਹਦੇ ਕਰਕੇ ਉੱਥੇ ਸਟੋਨਸ ਘੱਟ ਹੁੰਦੇ ਆ, ਇੱਥੇ ਜ਼ਿਆਦਾ ਹੁੰਦੇ ਆ। ਵਨ ਆਫ ਦ ਥਿੰਗਸ ਦੈਟ ਇਜ਼ ਇੰਪਲੀਕੇਟਡ ਇਜ਼ ਕੈਲਸ਼ੀਅਮ। ਸੋ ਦੁੱਧ ਦੇ ਪ੍ਰੋਡਕਟਸ ਔਰ ਕੈਲਸ਼ੀਅਮ ਕੰਟੇਨਿੰਗ ਫਰੂਟਸ ਔਰ ਵੈਜੀਟੇਬਲਸ, ਜਿਸ ਤਰ੍ਹਾਂ ਤੁਹਾਡੇ ਟਮਾਟਰ ਹੋ ਗਏ, ਸਪਿਨਚ ਹੋ ਗਈ, ਪਾਲਕ, ਸਰਸੋਂ, ਇਹ ਸਾਰੀਆਂ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਸਟੋਨ ਦੀ ਟੈਂਡੈਂਸੀ ਨੂੰ ਇਨਕਰੀਜ਼ ਕਰਦੀਆਂ। ਅੱਛਾ। ਆਲਸੋ ਕਿੰਨਾ ਪਾਣੀ ਤੁਸੀਂ ਪੀਂਦੇ ਹੋ ਦਿਨ ਦੇ ਵਿੱਚ, ਇਹ ਵੀ ਸਟੋਨ ਹੋਏਗਾ ਜਾਂ ਨਹੀਂ ਹੋਏਗਾ ਇਹਨੂੰ ਡਿਟਰਮਿਨ ਕਰਦਾ ਹੈ। ਸੋ ਜਿੰਨਾ ਜ਼ਿਆਦਾ ਪਾਣੀ ਪੀਓਗੇ ਉਨਾ ਚਾਂਸ ਸਟੋਨ ਹੋਣ ਦਾ ਘੱਟ ਹੋ ਜਾਂਦਾ ਹੈ। ਸੋ ਵੀ ਰეკਮੈਂਡ ਕਿ ਕਾਫੀ ਘੱਟੋ ਘੱਟ 7-8 ਗਲਾਸ ਪਾਣੀ ਰੋਜ਼ ਦੇ ਪੀਣੇ ਚਾਹੀਦੇ ਹੈ, ਸੋ ਦੈਟ ਕਿਡਨੀਜ਼ ਫਲਸ਼ਡ ਰਹਿਣ ਤੇ ਸਟੋਨਸ ਨਾ ਹੋਣ। ਅੱਛਾ ਡਾਕਟਰ ਸਾਹਿਬ, ਸਟੋਨਸ ਦੇ ਪਰਮਨੈਂਟ ਕਿਹੜੇ ਇਲਾਜ ਹੈਗੇ ਨੇ ਇਨ ਆਰ ਮੈਡੀਕਲ ਸਾਇੰਸਸ? ਉਹਦੇ ਜਿਸ ਤਰ੍ਹਾਂ ਹੈ ਕਿ ਕਾਫੀ ਸਾਰੇ ਹੁਣ ਸਟੋਨਸ ਦੇ ਡਿਫਰੈਂਟ ਇਲਾਜ ਹੋ ਗਏ। ਗੋਲ ਬਲੈਡਰ ਦਾ ਤੇ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਉਹਨੂੰ ਤੇ ਕੱਢ ਹੀ ਦੇਣਾ ਚਾਹੀਦਾ ਹੈ, ਔਰ ਅੱਜ ਕੱਲ੍ਹ ਕੱਢਣ ਦਾ ਤਰੀਕਾ ਜਿਹੜਾ ਸਭ ਤੋਂ ਈਜ਼ੀ ਹੈਗਾ ਉਹ ਹੈ ਲੈਪਰੋਸਕੋਪਿਕ ਸਰਜਰੀ, ਜਿਹਦੇ 'ਚ ਦੂਰਬੀਨ ਦੇ ਨਾਲ ਅੰਦਰ ਗੋਲ ਬਲੈਡਰ ਨੂੰ ਜਾ ਕੇ ਕੱਢ ਦਿੱਤਾ ਜਾਂਦਾ ਹੈਗਾ, ਔਰ ਉਹਦਾ ਛੋਟਾ ਜਿਹਾ ਸਕਾਰ ਰਹਿੰਦਾ ਹੈ ਔਰ ਅਗਲੇ ਦਿਨ ਪੇਸ਼ੈਂਟ ਜਿਹੜਾ ਹੈ ਉਹ ਆਪਣੇ ਨਾਰਮਲ ਵਰਕ ਦੇ ਉੱਤੇ ਵਾਪਸ ਜਾ ਸਕਦਾ ਹੈ। ਸੋ ਗੋਲ ਬਲੈਡਰ ਸਟੋਨਸ ਤੇ ਸਿੰਪਲ ਸਰਜਰੀ ਇਜ਼ ਰਿਕੁਆਇਰਡ। ਜਿਹੜੇ ਕਿਡਨੀ ਸਟੋਨਸ ਹੈਗੇ ਉਹਦੇ 'ਚ ਇੱਕ ਪ੍ਰੋਸੀਜਰ ਹੁੰਦਾ ਲਿਥੋਟ੍ਰਿਪਸੀ, ਜਿਹਦੇ 'ਚ ਸਟੋਨ ਨੂੰ ਕ੍ਰਸ਼ ਕਰਤਾ ਜਾਂਦਾ ਹੈ ਵਿਦ ਦ ਹੈਲਪ ਆਫ ਸ਼ੌਕ ਵੇਵਸ। ਸੋ ਇੱਕ ਮਸ਼ੀਨ ਹੁੰਦੀ ਹੈ ਜਿਹੜੀ ਕਿ ਬਾਹਰੋਂ ਸਕਿਨ ਦੇ ਬਾਹਰੋਂ ਸ਼ੌਕ ਵੇਵਸ ਪ੍ਰੋਵਾਈਡ ਕਰਦੀ ਹੈ। ਜੇ ਸਟੋਨ ਬਿਲਕੁਲ ਛੋਟਾ ਜਿਹਾ ਹੋਏ ਤੇ ਫਿਰ ਉਹ ਇਹਦੇ ਨਾਲ ਕ੍ਰਸ਼ ਹੋ ਜਾਂਦਾ ਹੈ। ਕ੍ਰਸ਼ ਹੋ ਕੇ ਫਿਰ ਉਹ ਹੌਲੀ ਹੌਲੀ ਕਰਕੇ ਉਹ ਨਿਕਲ ਜਾਂਦਾ, ਸਾਰਾ ਫਲਸ਼ ਆਊਟ ਹੋ ਜਾਂਦਾ ਹੈ।
ਪਰ ਜੇ ਸਟੋਨ ਵੱਡਾ ਹੋਵੇ ਤੇ ਫਿਰ ਤੇ ਆਪਰੇਸ਼ਨ ਇਜ਼ ਦੀ ਓਨਲੀ ਆਨਸਰ। ਉਹਦੇ 'ਚ ਫਿਰ ਖੋਲ ਕੇ ਤੇ ਆਪਰੇਸ਼ਨ ਕਿਡਨੀ ਦੇ ਵਿੱਚੋਂ ਸਟੋਨ ਨੂੰ ਕੱਢਣਾ ਹੀ ਪੈਂਦਾ ਹੈ। ਅੱਛਾ ਡਾਕਟਰ ਸਾਹਿਬ, ਕਈ ਵਾਰ ਵੇਖਿਆ ਗਿਆ ਹੈ ਕਿ ਮੀਨਸ ਕੋਈ ਕਿਸੇ ਨੂੰ ਸਟੋਨ ਹੋਵੇ ਉਹ ਕਢਾ ਵੀ ਲੈਂਦਾ ਹੈ ਪਰ ਫਿਰ ਦੁਬਾਰਾ ਡਿਵੈਲਪਮੈਂਟ ਹੋ ਜਾਂਦੀ ਹੈ, ਤੇ ਇਸ ਦੇ ਪਿੱਛੇ ਕੀ ਰੀਜ਼ਨ ਹੈ? ਕਿਉਂਕਿ ਬੇਸਿਕਲੀ ਉਹਦਾ ਲਾਈਫ ਸਟਾਈਲ ਐਸਾ ਸੀ ਜਿਹਦੇ ਕਰਕੇ ਉਹਨੂੰ ਪਹਿਲਾਂ ਸਟੋਨ ਹੋਇਆ ਹੈ। ਉਹ ਲਾਈਫ ਸਟਾਈਲ ਮੋਸਟਲੀ ਨਹੀਂ ਚੇਂਜ ਨਹੀਂ ਹੁੰਦਾ। ਉਹਦੀ ਡਾਇਟਰੀ ਹੈਬਿਟਸ, ਜਿਸ ਜਗ੍ਹਾ ਤੇ ਉਹ ਰਹਿ ਰਿਹਾ ਹੈਗਾ, ਜਿਹੜੇ ਪ੍ਰੀ ਡਿਸਪੋਜ਼ਿੰਗ ਫੈਕਟਰ ਸੀਗੇ ਉਹ ਉਹਦੇ ਲਈ ਚੇਂਜ ਨਹੀਂ ਹੋਏ। ਸੋ ਨੈਚੁਰਲੀ ਉਹ ਜਦੋਂ ਉਹਦੀ ਲਾਈਫ ਕੰਟੀਨਿਊ ਕਰੇਗੀ ਉਹੀ ਚੀਜ਼ਾਂ ਫਿਰ ਉਹਨੂੰ ਇਫੈਕਟ ਕਰਦੀਆਂ ਰਹਿਣਗੀਆਂ ਤੇ ਸਟੋਨ ਫਾਰਮੇਸ਼ਨ ਜਿਹੜੀ ਹੈ ਉਹ ਫਿਰ ਹੋ ਜਾਏਗੀ। ਸੋ ਇਸ ਕਰਕੇ ਬਾਰ-ਬਾਰ ਆਪਰੇਟ ਕਰਨ ਤੋਂ ਬਾਅਦ ਸਟੋਨਸ ਫਿਰ ਬਣ ਸਕਦੇ ਆ। ਡਾਕਟਰ ਸਾਹਿਬ, ਸਾਨੂੰ ਸਟੋਨਸ ਨਾ ਹੋਣ ਤੇ ਇਸ ਦੇ ਲਈ ਅਸੀਂ ਕੀ ਕਰ ਸਕਦੇ ਹਾਂ? ਜਿੱਥੇ ਤੱਕ ਗੋਲ ਬਲੈਡਰ ਸਟੋਨਸ ਦਾ ਸਵਾਲ ਹੈ, ਇਟ ਹੈਜ਼ ਬੀਨ ਸੀਨ ਕਿ ਜਿਹੜੇ ਪੇਸ਼ੈਂਟਸ ਫਸਟਲੀ ਤੇ ਇਹ ਫੀਮੇਲਸ ਨੂੰ ਜ਼ਿਆਦਾ ਹੁੰਦੇ ਆ। ਦਿਸ ਇਜ਼ ਵਨ ਆਫ ਦ ਵੈਰੀ ਫਿਊ ਐਂਡ ਰੇਅਰ ਡਿਜ਼ੀਜ਼ਸ ਜਿਹੜੀ ਐਕਚੁਅਲੀ ਲੇਡੀਜ਼ ਨੂੰ ਜ਼ਿਆਦਾ ਹੁੰਦੀਆਂ ਐਜ਼ ਕੰਪੇਅਰ ਟੂ ਮੈਨ। ਅਦਰਵਾਈਜ਼ ਮੋਸਟਲੀ ਮੈਨ are more prone to diseases than women are. But it is seen ਕਿ overweight women ਦੇ ਵਿੱਚ gall stones are more common. So active lifestyle, making sure ਕਿ weight ਜਿਹੜਾ ਹੈਗਾ ਉਹ ideal ਹੋਵੇ, overweight ਨਾ ਹੋਣ, this helps to ward off gall stones. Kidney stones ਦਾ ਇਹ ਹੈਗਾ ਕਿ diet ਚੋਂ ਕਈ ਚੀਜ਼ਾਂ ਜਿਹੜੀਆਂ stones ਨੂੰ promote ਕਰਦੀਆਂ ਉਹਨਾਂ ਨੂੰ limited amounts ਦੇ ਵਿੱਚ ਹੀ ਖਾਣਾ ਚਾਹੀਦਾ ਹੈ। For example, milk at an older age contains calcium. Most of these kidney stones contain a lot of calcium, so that should not be taken. ਉਸੇ ਤਰੀਕੇ ਨਾਲ ਟਮਾਟਰ ਜਿਹੜੇ ਹੈਗੇ ਉਹਨਾਂ 'ਚ ਆਕਸੀਲੇਟਸ ਹੁੰਦੇ ਆ, ਇਹ ਸਟੋਨਸ ਜਿਹੜੇ ਆਕਸੀਲੇਟਸ 'ਚੋਂ ਬਣਦੇ ਹੈਗੇ, ਸੋ ਟਮਾਟਰ ਵਗੈਰਾ ਲਿਮਿਟਡ ਅਮਾਊਂਟ ਦੇ ਵਿੱਚ ਖਾਓ। ਪਾਲਕ, ਸਰਸੋਂ ਦਾ ਸਾਗ ਵਗੈਰਾ ਇਹ ਸਾਰੀਆਂ ਚੀਜ਼ਾਂ ਇਹ ਵੀ ਲਿਮਿਟਡ ਅਮਾਊਂਟ 'ਚ ਹੀ ਖਾਣੀਆਂ ਚਾਹੀਦੀਆਂ ਸੋ ਦੈਟ ਸਟੋਨਸ ਨਾ ਬਣਨ। ਐਂਡ ਲਾਸਟਲੀ ਆਫ ਕੋਰਸ ਪਾਣੀ ਬਹੁਤ ਪੀਣਾ ਚਾਹੀਦਾ ਹੈ ਸੋ ਦੈਟ ਕਿਡਨੀਜ਼ ਫਲਸ਼ਡ ਰਹਿਣ, ਔਰ ਫਰੋਮ ਟਾਈਮ ਟੂ ਟਾਈਮ ਚੈੱਕਅਪ ਕਰਾਉਣਾ ਚਾਹੀਦਾ ਟੂ ਸੀ ਕਿ ਜਦੋਂ ਸਟੋਨ ਬਣਨਾ ਸ਼ੁਰੂ ਹੀ ਹੋਇਆ ਉਦੋਂ ਹੀ ਉਹਦਾ ਟ੍ਰੀਟਮੈਂਟ ਹੋ ਜਾਏ ਔਰ ਆਪਰੇਸ਼ਨ ਦੀ ਜ਼ਰੂਰਤ ਨਾ ਹੋਵੇ। ਡਾਕਟਰ ਸਾਹਿਬ, ਤੁਸੀਂ ਸਾਨੂੰ ਇਸ ਟੌਪਿਕ ਤੇ ਇੰਨੀ ਜਾਣਕਾਰੀ ਦਿੱਤੀ, ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ।